बिनत करो अरदास सुनो जी ठाकुर भावै। देहो दर्श मन चाओ भगत एहो मन ठहरावै। बलियो चिराग अंधियार में सब कल उधरी एक नाम धर्म। प्रगट सगल हर भवन मह जन नानक गुर पार ब्रह्म। इक मन पुरख ध्याए बरदाता संत सहार सदा बिख्याता। तास चरण लहर दे बसावा तो परम गुरु नानक गुण गाव। आमै दिष्ट शुभ कर हरे अग पाप सकल मल। काम क्रोध अर लोभ मोह वस करै सब बल। सदा सुख मन वसै दुख संसार है खोवै। गुर नवनिध दरियाओ जन्म हम कालख धोवै। सुकहो टल गुर सेवियै अहनस सहज सुभाय। दर्शन परसे गुरु कै जन्म मरण दुख जाय। कहाँ बुद्ध प्रभ तुच्छ हमारी वर्ण सकै महिमा जो तिहारी। हम ना सख्त कर सिफत तुम्हारी आप लिहो तुम कथा सुधारी। सतनाम श्री वाहिगुरु साहिब जीओ। राग माज महला पंजवा। सारुत सुहावी जित तुद समाली। सो कम सुहेला जो तेरी काली। सारुत सुहावी जित तुद समाली। सो कम सुहेला जो तेरी काली। सो हृदा सुहेला जित हृदय तू उठा। सबना के दातारा जियो तू सांझा साहिब बाप हमारा। नाव निध तेरे अखुट भंडारा। जिस तू देह सो तृप्त अगावै। सोई भगत तुम्हारा जियो सबको आसै तेरी बैठा। घाट घाट अंतर तू है उठा। सबे सांझी वाल सदायन। तू किसे न दिसह बाहरा जियो तू आपे गुरमुख मुक्त कराए है। तू आपे मन मुख जन्म पवाए है। नानक दास तेरा बलिहार सब तेरा खेल दशहरा जियो। तू आपे गुरमुख मुक्त कराए है। तू आपे मन मुख जन्म पवाए है। नानक दास तेरा बलिहार सब तेरा खेल दशहरा जियो। सारुत सुहावी जित तुद समाली।
ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ। ਮਹਾਮਈ ਉਪਮਾ ਦੇ ਮਾਲਕ, ਵੱਡੀ ਵਡਿਆਈ ਦੇ ਮਾਲਕ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਸ਼ਬਦ ਵਿਚਾਰ ਵਿੱਚ ਸੁਰਤ ਬਿਰਤ ਕਰਕੇ ਜੁੜੇ ਸਮੂਹ ਸਤਸੰਗੀ ਜਨੋ, ਆਪ ਸਭ ਸੰਗਤਾਂ ਵਡਭਾਗੇ ਹੋਂ, ਧੰਨਤਾ ਦੇ ਯੋਗ ਹੋਂ, ਜਿਨ੍ਹਾਂ ਨੂੰ ਗੁਰੂ ਸ਼ਬਦ ਦੇ ਜ਼ਰੀਏ ਜੀਵਨ ਜ਼ਿੰਦਗੀ ਦਾ ਸਮਾਂ ਸਫਲ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਤਿਗੁਰਾਂ ਦੀ ਰਹਿਮਤ ਹੋਈ, ਕਿਰਪਾ ਹੋਈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਕਥਨ ਮੁਤਾਬਕ ਅੰਮ੍ਰਿਤ ਵੇਲਾ ਜਿਹੜਾ ਹੈ ਇਸ ਸਮੇਂ ਦੌਰਾਨ ਉਸ ਮਾਲਕ ਦੀ ਕੀਤੀ ਹੋਈ ਵਡਿਆਈ, ਉਸ ਮਾਲਕ ਦੀ ਕੀਤੀ ਹੋਈ ਸਿਫਤ ਸਲਾਹ ਥਾਏ ਪੈਂਦੀ ਹੈ। ਅੰਮ੍ਰਿਤ ਵੇਲਾ ਜਿਹਨੂੰ ਰਾਤਰੀ ਦਾ ਚੌਥਾ ਪਹਿਰ ਵੀ ਕਿਹਾ ਗਿਆ ਹੈ। ਚੌਥੇ ਪਹਿਰ ਸੁਬਾਹ ਕੇ ਸੁਰਤਿਆ ਉਪਜਿਆ ਚਾਉ। ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ। ਜਿਹੜੇ ਸੁਰਤੇ ਹੁੰਦੇ ਨੇ ਸੋ ਕੀਏ ਸ਼ੁਭ ਰਤੇ ਪ੍ਰੀਤਵਾਨ ਹੋਏ। ਜੋ ਉਸ ਪਰਮਾਤਮਾ ਦੇ ਪ੍ਰਤੀ ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤ ਹੈ, ਸੱਚਾ ਪਿਆਰ ਹੈ, ਉਹਨਾਂ ਦੇ ਅੰਦਰ ਰਾਤਰੀ ਦੇ ਚੌਥੇ ਪਹਿਰ ਸਭਾ ਨਾਮ ਹੁੰਦਾ ਰਾਤ ਦਾ। ਚੌਥੇ ਪਹਿਰ ਸਭਾ ਕੇ ਸੁਰਤਿਆ ਉਪਜਿਆ ਚਾਉ। ਸੁਰਤਿਆਂ ਦੇ ਅੰਦਰ, ਗਿਆਨਵਾਨਾਂ ਦੇ ਅੰਦਰ ਚਾਉ ਉਪਜਿਆ ਕਿਸ ਗੱਲ ਦਾ? ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ। ਤੇ ਪਰਮਾਤਮਾ ਦੀ ਸਿਫਤ ਸਲਾਹ ਵੈਸੇ ਤੇ ਸਤਿਗੁਰਾਂ ਨੇ ਸਾਰਾ ਹੀ ਸਮਾਂ ਹੈ ਜਿਹੜਾ ਕਿਸੇ ਵੀ ਵਕਤ ਕੋਈ ਪਰਮਾਤਮਾ ਦੀ ਬੰਦਗੀ ਕਰੇ। ਮਹਾਰਾਜ ਜੀ ਕਹਿੰਦੇ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨ ਕੀਜੈ ਢੀਲਾ। ਸਤਿਗੁਰੂ ਜੀ ਕਹਿੰਦੇ ਦਿਨ ਹੋਵੇ ਕਿ ਰਾਤ ਆਰਾਧੋ, ਸਿਮਰਨਾ ਕਰੋ। ਨਿਮਖ ਨ ਕੀਜੈ ਢੀਲਾ, ਨਿਮਖ ਅੱਖ ਝਪਕਣ ਜਿੰਨਾ ਸਮਾਂ। ਪਰ ਅੰਮ੍ਰਿਤ ਵੇਲੇ ਨੂੰ ਖਾਸ ਰੁਤਬਾ ਹੈ ਇੱਕ। ਇਹਦਾ ਕਾਰਨ ਪੁਰਾਣੇ ਮਹਾਤਮਾ ਜਿਹੜੇ ਹੁੰਦੇ ਸਨ ਉਹਨਾਂ ਬਾਬਤ ਮਹਾਰਾਜ ਨੇ ਬਚਨ ਵੀ ਲਿਖੇ ਨੇ ਬਾਣੀ ਦੇ ਵਿੱਚ। ਭਿੰਨੀ ਰੈ ਨੜੀਏ ਚਾਮਕਣ ਤਾਰੇ, ਜਾਗਹਿ ਸੰਤ ਜਨਾ ਮੇਰੇ RAM ਪਿਆਰੇ। RAM ਦੇ ਪਿਆਰੇ ਜਿਹੜੇ ਨੇ ਉਹ ਅੰਮ੍ਰਿਤ ਵੇਲੇ ਜਾਗ ਕੇ ਸੋਚ ਕਿਰਿਆ ਸੋਧ ਕੇ ਉਸ ਪਰਮਾਤਮਾ ਦੀ ਬੰਦਗੀ ਵਿੱਚ ਜੁੜਦੇ ਹਨ। ਇਹ ਅੰਮ੍ਰਿਤ ਵੇਲੇ ਨੂੰ ਮਹਾਰਾਜ ਨੇ ਬਚਨ ਕਹੇ ਨੇ, ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਥਾਏ ਪਵੇ। ਅੰਮ੍ਰਿਤ ਵੇਲੇ ਸਮਝੋ ਵੀ ਵੱਤਰੀ ਹੋਈ ਧਰਤੀ ਹੁੰਦੀ ਹੈ। ਵੱਤਰੀ ਹੋਈ ਧਰਤੀ ਦੇ ਵਿੱਚ ਕਿਰਸਾਨ ਬੀਜ ਬੀਜਦਾ ਤੇ ਉਹ ਉੱਗ ਪੈਂਦਾ। ਜੇ ਜ਼ਮੀਨ ਜਿਹੜੀ ਹੈ ਵੱਤਰ ਨਾ ਹੋਵੇ, ਸੁੱਕਾ ਬੰਜਰ ਹੀ ਪਿਆ ਹੋਵੇ, ਉਹਦੇ ਚ ਬੀਜ ਖਿਲਾਰ ਦੇਵੇ ਕੋਈ, ਉਹ ਕਦੇ ਪੌਦਾ ਨਹੀਂ ਬਣਦਾ, ਉਹ ਫਸਲ ਕਦੇ
ਬੀਜੀ ਹੋਈ ਸਿਰੇ ਨਹੀਂ ਚੜ੍ਹਦੀ। ਜਿਹੜੀ ਬੰਜਰ ਧਰਤੀ ਦੇ ਵਿੱਚ, ਕਲਰੀ ਧਰਤੀ ਦੇ ਵਿੱਚ, ਸੁੱਕੇ ਖੇਤ ਵਿੱਚ ਬੀਜ ਦਈਏ, ਉੱਗਦਾ ਨਹੀਂ। ਇਹ ਅੰਮ੍ਰਿਤ ਵੇਲਾ ਮਾਨੋ ਵੱਤਰੀ ਹੋਈ ਧਰਤੀ ਹੈ ਤੇ ਭਗਤ ਜਨ ਇਸੇ ਸਮੇਂ ਨੂੰ ਸਫਲਾ ਕਰਦੇ ਨੇ। ਭਗਤ ਜਨ ਸੰਤ ਜਨ ਪਿੰਨੀ ਰਹਿ ਨੜੀਏ ਚਾਮਕਣ ਤਾਰੇ, ਜਾਗਹਿ ਸੰਤ ਜਨ ਮੇਰੇ ਰਾਮ ਪਿਆਰੇ। ਤਾਰਿਆਂ ਦੀ ਛਾਵੇਂ ਬਹਿ ਕਰਕੇ ਪੁਰਾਤਨ ਮਹਾਂਪੁਰਸ਼ਾਂ ਨੇ ਬੰਦਗੀ ਕਰਨੀ। ਤੇ ਇਹ ਗੱਲ ਹੁਣ ਸਾਇੰਸਦਾਨਾਂ ਨੇ ਵੀ ਸਿੱਧ ਕੀਤੀ ਹੈ ਕਿ ਜਿਹੜਾ ਰਾਤ ਦਾ ਪਿਛਲਾ ਪਹਿਰ ਆ, ਅੱਧੀ ਰਾਤ ਤੋਂ ਬਾਅਦ ਦਾ ਸਮਾਂ ਜਿਹੜਾ ਹੈ, ਇਹਦੇ ਵਿੱਚ ਬੰਦਗੀਵਾਨ ਪੁਰਸ਼ਾਂ ਨੂੰ ਪਰਮਾਤਮਾ ਦੇ ਦਰੋਂ ਘਰੋਂ ਅੰਮ੍ਰਿਤਮਈ ਰਿਸ਼ਮਾਂ ਝਰਦੀਆਂ ਨੇ। ਮਨ ਛੇਤੀ ਇਕਾਗਰ ਹੋ ਜਾਂਦਾ ਹੈ। ਸੰਸਾਰ ਦੀ ਜਿਹੜੀ ਦੌੜ ਭੱਜ ਹੈ ਉਹ ਇਸ ਵੇਲੇ ਅਜੇ ਸ਼ੁਰੂ ਨਹੀਂ ਹੋਈ ਹੁੰਦੀ। ਇਸ ਕਰਕੇ ਅੰਮ੍ਰਿਤ ਵੇਲੇ ਨੂੰ ਤਰਜੀਹ ਦਿੱਤੀ ਗਈ, ਜਿਸ ਵਕਤ ਪ੍ਰਮਾਤਮਾ ਦੀ ਬੰਦਗੀ ਜਿਹੜੀ ਹੈ ਉਹ ਥਾਏ ਪੈਂਦੀ ਹੈ। ਅੰਮ੍ਰਿਤ ਵੇਲੇ ਦਾ ਬੜਾ ਵੱਡਾ ਮਹਾਤਮ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਇਹ ਵਡਿਆਈ ਉਸ ਮਾਲਕ ਦੀ ਸਿਫਤ ਸਲਾਹ ਦੀ ਵਿਚਾਰ ਕਰਨੀ, ਉਹਦੇ ਲਈ ਨਿਰਧਾਰਤ ਹੈ ਸਮਾਂ। ਇਸੇ ਤਰ੍ਹਾਂ ਸੰਧਿਆ ਵੇਲੇ ਸ਼ਾਮ ਨੂੰ ਗੁਰੂ ਇਤਿਹਾਸ ਦੀ ਕਥਾ, ਫਿਰ ਸੋਦਰ ਦੀ ਚੌਂਕੀ, ਫਿਰ ਰਹਿਰਾਸ ਸਾਹਿਬ ਜੀ ਦੇ ਜਾਪ, ਰਾਤ ਨੂੰ ਕੀਰਤਨ ਸੋਹਲੇ ਜੀ ਦੇ ਜਾਪ, ਉਹ ਵੀ ਅੰਮ੍ਰਿਤ ਵੇਲਾ ਹੈ। ਜਦੋਂ ਕਿਸੇ ਨੂੰ ਪ੍ਰਮਾਤਮਾ ਚੇਤੇ ਆਵੇ ਤਾਂ ਉਹ ਅੰਮ੍ਰਿਤ ਵੇਲਾ ਹੀ ਹੈ। ਬਾਲਪਨ ਹੈ ਜਿਹੜਾ ਜੀਵਨ ਕਰਕੇ, ਇਹ ਵੀ ਅੰਮ੍ਰਿਤ ਵੇਲਾ ਹੈ। ਤੇ ਜਿਵੇਂ ਸੰਧਿਆ ਵੇਲੇ ਨਿਤਨੇਮ ਕਰਦੇ ਆ, ਅੰਮ੍ਰਿਤਮੈ ਬਾਣੀ ਪੜ੍ਹਦਾ, ਕੋਈ ਸਿਮਰਨ ਕਰਦਾ, ਜਦੋਂ ਵੀ ਕੋਈ ਗੁਰੂ ਜਪਦਾ, ਉਹੀ ਅੰਮ੍ਰਿਤ ਵੇਲਾ ਹੈ। ਉਹ ਵੇਲਾ ਜਿਹੜਾ ਬੰਦੇ ਨੂੰ ਅਮਰ ਕਰ ਦਿੰਦਾ ਹੈ। ਅੰਮ੍ਰਿਤ ਕਹਿੰਦੇ ਹੀ ਉਹਨੂੰ ਨੇ, ਜੋ ਅਮਰ ਹੋ ਜਾਵੇ, ਮਿਰਤੂ ਤੋਂ ਰਹਿਤ ਹੋ ਗਿਆ ਸੋ ਅਮਰ ਹੈ। ਜਿਹੜਾ ਅਜੇ ਆਵਾਗਾਉਣ ਚ ਹੈ ਉਹ ਅੰਮ੍ਰਿਤ ਦਾ ਧਾਰਨੀ ਨਹੀਂ ਹੋਇਆ, ਅਮਰ ਨਹੀਂ ਹੋਇਆ, ਉਹ 84 ਦੇ ਗੇੜ ਵਿੱਚ ਹੈ। ਜਿਹਨੇ ਅੰਮ੍ਰਿਤ ਵੇਲਾ ਸੰਭਾਲ ਲੈਣਾ ਕੀਤਾ ਉਹ ਅਮਰ ਹੈ। ਅੰਮ੍ਰਿਤ ਵੇਲਾ ਆਜਮ ਅੰਮ੍ਰਿਤ, ਮਿਰਤੂ ਤੋਂ ਰਹਿਤ ਕਰਨ ਵਾਲਾ ਸਮਾਂ, ਜਿੱਥੋਂ ਜੀਵਨ ਦਾਨ ਮਿਲਦਾ ਹੈ, ਆਤਮਕ ਜੀਵਨ ਮਿਲਦਾ ਹੈ, ਉਹ ਵਕਤ ਸਤਿਗੁਰਾਂ ਨੇ ਬਖਸ਼ਿਆ। ਆਓ ਚੱਲ ਰਹੀ ਲੜੀਵਾਰ ਪਾਵਨ ਪਵਿੱਤਰ ਕਥਾ ਵਿਚਾਰ। ਅੱਜ ਦਾ ਪਾਵਨ ਸ਼ਬਦ ਜੋ ਹੁਣੇ ਆਪ ਜੀ ਨੇ ਸਰਵਣ ਕੀਤਾ, ਰਾਗ ਮਾਝ ਅੰਦਰ ਪੰਜਵੇਂ ਪਾਤਸ਼ਾਹ ਜੀ ਦਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 97ਵੇਂ ਅੰਗ ਤੇ ਸੁਸ਼ੋਭਿਤ ਹੈ। ਇਹਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹੀ ਵਿਚਾਰ ਦਿੱਤੀ ਹੈ। ਅੱਜ ਦੇ ਸ਼ਬਦ ਰਾਹੀਂ ਜੋ ਬੇਨਤੀ ਪਹਿਲਾਂ ਕੀਤੀ, ਉਹਦੇ ਨਾਲ ਬਿਲਕੁਲ ਸਤਿਗੁਰਾਂ ਦੇ ਇਹ ਪਾਵਨ ਬੋਲ ਜਿਹੜੇ ਨੇ ਉਹ ਪੂਰੇ ਢੁਕਦੇ ਨੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਵਿਚਾਰਦੇ ਹਾਂ। ਉਦੋਂ ਪਹਿਲਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੀਏ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਸ਼ਰਧਾ ਭਾਵਨਾ, ਨਿਰਮਾਣਤਾ, ਮਨ ਦੀ ਇਕਾਗਰਤਾ, ਸਰੀਰ ਦੀ ਸਾਵਧਾਨਤਾ ਇਤਿਆਦ ਇਹਨਾਂ ਸਤਿਗੁਣਾਂ ਨੂੰ ਹਿਰਦੇ ਅੰਦਰ ਧਾਰਨ ਕਰਦੇ ਹੋਏ ਸਰਵਣ ਕਰੀਏ ਜੀ।
सा रुत सुहावी जित तुद समाली। सा कहिए ओ रुत दो महीने दी रुत हुंदी है, 12 महीने ने ते साल दे अंदर 6 रुत्तां हुंदियां ने। 12 महीने चेत विसाख तो लै करके ते फगण तक ये 12 महीने जेड़े ने चेत विसाख ये बसंत रुत है। जेठ हाड़ ग्रीखम रुत है। साउण भादों पावस रुत जिन्हों बरखा ऋतु कहा गया है। वो तो अगे अस्सू कत्ते ये सरद रुत है। ते मगर पो इनू गुरबाणी दे विच हिमकर रुत आख्या गया गुरु साहब जी वल्लों। हिमकर हिम कहंदे बर्फ नूं, जदों कक्कर बर्फ पाला घोर ठंड पैंदी है, हिमकर रुत। ते माघ फगण ये जा करके इनू शिशिर रुत आख्या गया है। 6 रुत्तां ने, चेत विसाख बसंत ऋतु, जेठ हाड़ ग्रीखम गर्मी दी रुत, फिर सौण भादों बरखा रुत। इस तरह अगे चल के अस्सू कत्ते सरद रुत ते मगर पो ये हिमकर रुत। उदू अगे माघ ते फगण 2 महीने ये जिहड़ी है शिशिर रुत हुंदी है। गुरबाणी दे अंदर 6 रुत्तां दा जिक्र आया है। हुण महाराज सच्चे पातशाह जी कह रहे ने गुरु अर्जन देव जी के रुत्तां विचों रुत ओ सुहावनी है जिहड़ी रुत्ते ये जीव हे वाहिगुरु जी तुद संभाली। संभाली कहिए चेते करदा है। जिस रुत दे विच कोई परमात्मा नूं चेते करे ओ रुत सुहावनी है। सा रुत सुहावी। उवें बसंत रुत नूं सब तो उत्तम दर्जा जदों कि सारी धरती मौली धरती मौलिया आकाश घट घट मौलिया आत्म प्रकाश, जदों कि सारी बनस्पति फुल्लां ते आई हुंदी है। कुसुम फुल ने जेड़े वो खिड़े होए हुंदे ने। बसंत रुत नूं वड्डा दर्जा दिता। फिर ओदे विपरीत पतझड़ रुत जिहड़ी है हिमकर रुत, जदों सारे दरख्तां दे उत्तों कोरे दे नाल पत्ते झड़ जांदे ने, ओनूं बहुती तरजीह नहीं दिंदे। पर महाराज कहंदे सारियां ही रुत्तां सभे सफलियां ने जेकर कोई जीवन जिंदगी दे विच परमात्मा दा नाम जपे। सा रुत सुहावी जित तुद संभाली। संभाली कहंदे चेते करना। जदों ये जीव परमात्मा दा नाम जपे, बाणी पढ़े, ओ रुत ओ महीना ओ समा ओ पाल खिन चसा सफला है। सा रुत सुहावी। सुहावनी है जी ओ रुत ओ घड़ी ओ पल जित तुद संभाली। सो काम सोहेला जो तेरी काली। काली नाम हुंदा सेवा दा। ओ काम सोहेला कहिए सुखदाई, सुख देण वाला। ओ कारज जेड़ा गुरु दी गुरु घर दी सेवा करदियां जेड़ा समा बतीत होवे, जेड़ा कारज कोई करे किसी भी समय पर गुरु दी सेवा नूं समर्पित होवे कारज,
ਉਹ ਕਾਰਜ ਕੀਤਾ ਹੋਇਆ ਸੁਖਦਾਈ ਹੁੰਦਾ, ਜਿਹੜਾ ਸੇਵਾ ਤੇ ਸਿਮਰਨ ਚ ਜੁੜ ਕੇ ਬਤੀਤ ਕੀਤਾ ਜਾਵੇ। ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਹੈ ਵਾਹਿਗੁਰੂ ਜੀ। ਜਿਹੜਾ ਕਾਰਜ ਤੇਰੇ ਦਰ ਘਰ ਦੀ ਸੇਵਾ ਕਰਦਿਆਂ ਹੋਣਾ ਹੈ, ਭਾਵ ਸੇਵਾ ਦਾ ਕਾਰਜ ਮਹਾਨ ਹੈ, ਉੱਤਮ ਹੈ। ਜੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤਾਂ ਉਦੋਂ ਪਹਿਲਾਂ ਬਹੁਤ ਸਾਰੇ ਗੁਰਸਿੱਖ ਗੁਰੂ ਘਰ ਦੇ ਵਿੱਚ ਹਾਜ਼ਰ ਸਨ। ਭਾਈ ਮਨਸੁਖ ਜੀ, ਭਾਈ ਭਗੀਰਥ ਜੀ, ਭਾਈ ਬਾਲਾ ਸੰਧੂ ਜੀ, ਹੋਰ ਬਹੁਤ ਸਾਰੇ ਗੁਰਸਿੱਖ ਕਰਤਾਰਪੁਰ ਨਿਵਾਸ ਕਰਿਆ ਕਰਦੇ ਨੇ। ਭਾਈ ਬਾਲਾ ਜੀ ਨੇ ਬਹੁਤ ਸਮਾਂ, ਬਹੁਤ ਅਰਸਾ ਉਦਾਸੀਆਂ ਦੇ ਸਮੇਂ ਵੀ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ। ਭਾਈ ਬਾਲਾ ਜੀ ਨੇ ਤੇ ਮਰਦਾਨਾ ਜੀ ਨੇ। ਪਰ ਉਹਨਾਂ ਸਾਰਿਆਂ ਤੋਂ ਬਾਅਦ ਆਉਂਦੇ ਨੇ ਭਾਈ ਲਹਿਣਾ ਜੀ, ਤੇ ਸੇਵਾ ਕੀਤੀ ਸਮਰਪਣ ਹੋ ਕਰਕੇ ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਝੁਕ ਗਏ, ਉਸ ਦਿਨ ਤੋਂ ਕਿਸੇ ਹੋਰ ਦੇ ਅੱਗੇ ਝੁਕੇ ਨਹੀਂ ਤੇ ਮੁਰਦਾ ਹੋ ਕਰਕੇ ਸੇਵਾ ਕਰਨੀ ਕੀਤੀ। ਮੁਰਦਾ ਹੋ ਜਾਣਾ, ਕੋਈ ਖੁਆਹਿਸ਼ ਹੀ ਨਾ ਰਹਿਣੀ ਮਨ ਦੇ ਵਿੱਚ, ਕੋਈ ਇੱਛਾ ਬਾਕੀ ਨਾ ਰਹਿਣੀ, ਤਲਬ ਬਾਕੀ ਨਾ ਰਹਿਣੀ। ਮੁਰਦਾ ਕਿਸੇ ਨੇ ਹਿਲਦਾ ਡੁਲਦਾ ਨਹੀਂ ਦੇਖਿਆ, ਅਡੋਲ ਪਿਆ ਰਹਿੰਦਾ। ਤੇ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਮੁਰੀਦ ਹੈ ਜਿਹੜਾ, ਉਹ ਮੁਰਦਾ ਹੋ ਜਾਂਦਾ। ਜਿਹੜਾ ਸੇਵਕ ਆ, ਮੁਰੀਦ ਆ, ਚੇਲਾ ਆ, ਸਿੱਖ ਆ, ਉਹ ਗੁਰੂ ਦੇ ਅੱਗੇ ਬੋਲ ਨਹੀਂ ਕੱਢਦਾ, ਉਹ ਗੁਰੂ ਦੇ ਅੱਗੇ ਕੋਈ ਇੱਛਾ ਨਹੀਂ ਵਿਅਕਤ ਕਰਦਾ, ਗੁਰੂ ਦੇ ਪਾਸ ਕੋਈ ਆਪਣੀ ਲਾਲਸਾ ਨਹੀਂ ਵਿਅਕਤ ਕਰਦਾ ਕਿ ਮਹਾਰਾਜ ਆਹ ਦੇ ਦਿਓ, ਮੈਨੂੰ ਆਹ ਚੀਜ਼ ਚਾਹੀਦੀ ਹੈ। ਨਿਰਇਛਤ ਹੋ ਗਿਆ। ਸੋ ਭਾਈ ਲਹਿਣਾ ਜੀ ਨੇ ਨਿਰਇਛਤ ਹੋ ਕਰਕੇ ਗੁਰੂ ਘਰ ਦੀ ਘਾਲ ਸੇਵਾ ਕਮਾਈ ਤੇ ਗੁਰੂ ਸਾਹਿਬ ਜੀ ਨੇ ਫਿਰ ਉਹਨੂੰ ਆਪਣਾ ਰੂਪ ਹੀ ਦੇ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਜਗ੍ਹਾ ਤੇ ਸਥਾਪਨ ਕਰ ਦਿੱਤਾ। ਇਸ ਕਰਕੇ ਗੁਰੂ ਘਰ ਦੀ ਸੇਵਾ, ਗੁਰੂ ਕੀ ਸੇਵਾ ਬੜੀ ਮਹਾਨ ਹੈ, ਉੱਤਮ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜਿਹੜਾ ਕੋਈ ਚਿਤ ਲਾ ਕੇ ਕਰਦਾ ਉਹਦੇ ਤੇ ਗੁਰੂ ਸਾਹਿਬ ਜੀ ਤਰੁੱਠਦੇ ਨਹੀਂ। ਉਹਨੂੰ ਭਾਵੇਂ ਉਹ ਮੰਗੇ ਨਾ ਮੰਗੇ, ਸਤਿਗੁਰ ਜੀ ਉਹਦੇ ਕੋਲੋਂ ਕੁਝ ਲੁਕਾਉਂਦੇ ਨਹੀਂ, ਕੁਝ ਛੁਪਾਉਂਦੇ ਨਹੀਂ। ਜਿਹੜਾ ਗੁਰੂ ਜੀ ਦਾ ਹੋ ਜਾਂਦਾ ਹੈ। ਸੋ ਸਾਰ ਰੁੱਤ ਸੁਹਾਵੀ ਜਿਤ ਤੁਧ ਸਮਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਘਾਲੀ ਤੋਂ ਭਾਵ ਸੇਵਾ, ਘਾਲ ਕਮਾਈ ਕਰਦਿਆਂ, ਸੇਵਾ ਕਰਦਿਆਂ ਜਿਹੜਾ ਕਾਰਜ ਹੁੰਦਾ ਹੈ ਉਹ ਸੁੱਖ ਦੇਣ ਵਾਲਾ ਹੈ। ਸੋ ਹਿਰਦਾ ਸੁਹੇਲਾ ਜਿਤ ਹਿਰਦੈ ਤੋਂ ਉੱਠਾ, ਸਭਨਾ ਕੇ ਦਾਤਾਰਾ ਜੀਓ। ਹਿਰਦਾ ਕਹਿੰਦੇ ਨੇ ਹਿਰਦੇ ਨੂੰ, ਉਹ ਹਿਰਦਾ ਸੁਹੇਲਾ ਹੈ, ਸੁਭਾਗ ਹੈ ਉਹ ਹਿਰਦਾ, ਭਾਗਾਂ ਵਾਲਾ ਉਹ ਹਿਰਦਾ। ਸੋ ਹਿਰਦਾ ਸੁਹੇਲਾ ਜਿਤ ਹਿਰਦਾ ਤੂੰ ਉੱਠਾ। ਉੱਠਾ ਕਹਿੰਦੇ ਨੇ ਵਸਣ ਨੂੰ। ਹੇ ਵਾਹਿਗੁਰੂ, ਜਿਸ ਹਿਰਦੇ ਵਿੱਚ ਤੇਰੀ ਯਾਦ ਵਸ ਗਈ, ਜਿਸ ਚੇਤੇ ਵਿੱਚ ਤੂੰ ਵਸ ਗਿਆ, ਉਹ ਹਿਰਦਾ ਉੱਠਾ ਹੈ। ਉਹ ਹਿਰਦਾ ਸਰਸ਼ਾਰ ਹੋਇਆ, ਆਨੰਦਿਤ ਹੋਇਆ। ਸੋ ਹਿਰਦਾ ਸੁਹੇਲਾ ਜਿਤ ਹਿਰਦਾ ਤੂੰ ਉੱਠਾ, ਸਭਨਾ ਕੇ ਦਾਤਾਰਾ ਜੀਓ। ਸਭਨਾ ਦੇ ਦਾਤਾਰ ਪਾਤਸ਼ਾਹ ਵਾਹਿਗੁਰੂ, ਉਹ ਹਿਰਦਾ ਸ਼ੁਭ ਹੈ। ਉਹ ਹਿਰਦੇ ਨੂੰ ਵਿਕਾਰ ਆਦਿਕ ਨਹੀਂ ਪਾਉਂਦੇ।
ਜਿੱਥੇ ਤੂੰ ਵਸ ਜਾਵੇਂ। ਤੇ ਪ੍ਰਮਾਤਮਾ ਆਪਣੇ ਭਗਤਾਂ ਦੇ ਚੇਤੇ ਵਿੱਚ ਵਸਿਆ ਹੁੰਦਾ ਹੈ, ਸੰਤਾਂ ਦੇ ਹਿਰਦੇ ਵਿੱਚ ਵਸਿਆ ਹੁੰਦਾ ਹੈ। ਸੋ ਹਿਰਦਾ ਸੁਹੇਲਾ ਜਿਤ ਹਿਰਦੈ ਤੂੰ ਉਠਾ ਸਭਨਾ ਕੇ ਦਾਤਾਰਾ। ਦਾਤਾਰਾ ਤੋਂ ਭਾਵ ਦਾਤਾਂ ਦੇਣ ਵਾਲਾ, ਦਾਤਾ ਸਭਨਾ ਜੀਆਂ ਦਾ ਜੋ ਇੱਕ ਹੈ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਾਰੇ ਕਹਿੰਦੇ ਉਹ ਜੋ ਸਭਨਾ ਦਾ ਦਾਤਾ ਇੱਕ ਪਰਮਾਤਮਾ ਹੈ, ਉਹ ਕਦੇ ਵਿਸਰੇ ਨਾ ਇਸ ਜੀਵ ਨੂੰ। ਤਾ ਤੇ ਸਭਨਾ ਕੇ ਦਾਤਾਰ ਵਾਹਿਗੁਰੂ ਜੀ, ਜਿਸ ਹਿਰਦੇ ਵਿੱਚ ਆਪ ਜੀ ਮਿਹਰਬਾਨਗੀ ਧਾਰਨ ਕਰਕੇ ਵਸ ਪਵੋ, ਉਹ ਹਿਰਦਾ ਵੀ ਸੁਹੇਲਾ ਹੈ, ਸੁਖ ਭਰਪੂਰ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਕੁੱਲ ਜੀਵਾਂ ਦਾ ਇੱਕੋ ਪਿਤਾ ਹੈ। ਬਾਪ ਕਹਿੰਦੇ ਪਿਤਾ ਨੂੰ, ਬਾਪੂ ਨੂੰ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਵਾਹਿਗੁਰੂ ਜੀ ਤੁਸੀਂ ਸਾਰੀ ਮਖਲੂਕਾਤ ਦੇ ਸਾਂਝੇ ਪਿਤਾ ਹੋ। ਕਿਸੇ ਦੇ 2-4 ਬੱਚੇ ਹੋਣ, ਉਹ ਆਪਣੇ ਪਰਿਵਾਰ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਦਾ, ਪਰ ਇੱਕ ਬਾਪੂ ਸਾਂਝਾ ਹੈ ਪਰਮਾਤਮਾ, ਉਹ ਸਭਨਾਂ ਦੀ ਸਾਰ ਲੈਂਦਾ। ਪਿਤਾ ਕੇਵਲ ਆਪਣੇ ਪਰਿਵਾਰ ਦੀ ਸਾਰ ਸੰਭਾਲ ਕਰਦਾ, ਪਰਮਾਤਮਾ ਸਾਰੇ ਪੈਦਾ ਕੀਤੇ ਹੋਏ ਜੀਆਂ ਜਨਤਾਂ ਦੀ ਸੰਭਾਲ ਕਰਦਾ। ਸਭਨਾਂ ਨੂੰ ਰੋਜੀ ਰੋਟੀ, ਲੀੜਾ ਕੱਪੜਾ, ਸਭਨਾਂ ਦੇ ਰਹਿਣ ਸਹਿਣ ਦਾ ਬੰਦੋਬਸਤ ਉਹ ਆਪ ਕਰਦਾ। ਜਿੱਦਾਂ ਜਿੱਦਾਂ ਦਾ ਕਿਸੇ ਨੂੰ ਬੀਜ ਮੰਤਰ ਗਿਆਨ ਬਖਸ਼ਿਆ, ਪੰਛੀ ਪਰਿੰਦੇ ਨੇ ਆਲਣਾ ਬਣਾ ਕਰਕੇ ਕੱਖਾਂ ਤੀਲਿਆਂ ਦਾ ਉੱਥੇ ਬਸੇਰਾ ਕਰ ਲੈਂਦੇ ਨੇ। ਬੱਚੇ ਪਾਲਦੇ ਨੇ, ਉਹ ਆਲਣਾ ਵੀ ਛੱਡ ਦਿੰਦੇ ਨੇ, ਕਿਤੇ ਹੋਰ ਜਾ ਕੇ ਆਲਣਾ ਪਾ ਲੈਂਦੇ ਨੇ। ਤੇ ਕੱਕਰ ਪੱਥਰ ਚੁਗ ਕੇ ਪੇਟ ਭਰ ਲੈਂਦੇ ਨੇ। ਅੰਨ ਅਨਾਜ ਜਿਹੜਾ ਖੇਤਾਂ ਦੇ ਵਿੱਚ ਸਿੱਟੇ ਆਦਿਕ ਡਿੱਗੇ ਹੁੰਦੇ ਨੇ, ਉਹ ਚੁਗ ਕੇ ਉਹਦੇ ਨਾਲ ਪੇਟ ਭਰ ਲੈਂਦੇ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋੜਨ ਪਾਸ। ਕੱਕਰ ਪੱਥਰ ਚੁਗ ਕੇ ਪੇਟ ਭਰ ਕੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਜੰਗਲ ਦੇ ਵਿੱਚ ਨਿਵਾਸ ਰੱਖਦੇ ਨੇ। ਇੱਕ ਰਾਤ ਜੀ ਇੱਕ ਦਰਖਤ ਤੇ ਕੱਟੀ ਤੇ ਕੋਈ ਜ਼ਰੂਰੀ ਨਹੀਂ ਦੂਜੀ ਰਾਤ ਵੀ ਉੱਥੇ ਕੱਟਣੀ, ਦੂਸਰੀ ਰਾਤ ਅੱਗੇ ਜਾ ਕੱਟਣੀ ਕਿਸੇ ਹੋਰ ਬਿਰਖ ਤੇ ਬੈਠ ਕੇ। ਬੇਹੰਗਮ ਨਾਮ ਹੀ ਪੰਛੀ ਦਾ ਇਹੀ ਬੇਹੰਗਮ ਪੁਣਾ ਹੁੰਦਾ ਵੀ ਪਕੜ ਕਿਸੇ ਚੀਜ਼ ਦੀ ਨਾ ਹੋਵੇ। ਬੇਹੰਗਮ ਦਾ ਮਤਲਬ ਹੀ ਕਿ ਜੋ ਹੰਗਤਾ ਤੋਂ ਰਹਿਤ ਹੋ ਗਿਆ। ਹੰਗਤਾ ਹੀ ਪਕੜ ਪੈਦਾ ਕਰਦੀ ਹੈ ਮਨ ਅੰਦਰ। ਮਨ ਦੀ ਹਉ ਜਿਹੜੀ ਹੈ ਹੰਗਤਾ, ਇਹ ਬੜੇ ਪਾਸੇ ਲੈ ਜਾਂਦੀ ਹੈ ਮਨੁੱਖ ਨੂੰ। ਸੋ ਜਦੋਂ ਹੰਗਤਾ ਤੋਂ ਰਹਿਤ ਹੋ ਗਿਆ ਸੋਈ ਬੇਹੰਗਮ ਹੈ। ਬੇਹੰਗਮ ਨਾਮ ਪੰਛੀ ਦਾ ਹੁੰਦਾ, ਪੰਛੀ। ਤੋ ਪੰਛੀ ਕੱਕਰ ਪੱਥਰ ਚੁਗ ਕੇ ਪੇਟ ਭਰ ਕੇ ਰੱਬ ਨਾ ਛੋੜਨ ਪਾਸ, ਰੱਬ ਦਾ ਨਾਮ ਪਾਸੇ ਨਹੀਂ ਛੱਡਦੇ, ਉਹ ਵੀ ਜਪਦੇ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਾਂਝੇ ਦਾਤਾਰ ਪਿਤਾ ਨੇ। ਵਾਹਿਗੁਰੂ ਜੀ ਪਰਮਾਤਮਾ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਹਮਾਰਾ ਤੋਂ ਭਾਵ ਸਾਡਾ। ਹੇ ਵਾਹਿਗੁਰੂ ਜੀ ਆਪ ਜੀ ਸਾਡੇ ਸਭਨਾਂ ਦੇ ਸਾਂਝੇ ਪਿਤਾ ਹੋ। ਅਰ ਨੌ ਨਿਧ ਤੇਰੇ ਅਖੁੱਟ ਭੰਡਾਰਾ। ਨੌ ਨਿਧਾਂ ਤੇਰੇ ਹੁਕਮ ਦੇ ਵਿੱਚ ਨੇ। ਦੁਨੀਆ ਭਰ ਦੇ 9 ਖਜ਼ਾਨੇ, ਧਨ ਸੰਪਦਾ ਦੇ ਸਾਧਨ,
सारे तेरे हुक्म दे विच ने, अखुट ने भंडार। पिता होवे तां ऐसा ही होवे ना बई जो किसी ने मंगिया उही ओनू दे दिता, जो किसी ने बेनती की उही ओदी झोली च पा दिता। तू साझा साहिब बाप हमारा, नौ निध तेरे अखुट भंडारा। नौ निधां धन संपदा दे सारे खजाने सब तेरे भरे भरपूर ने, अखुट ने। खुटना हुंदा मुक जाना, अखुट हुंदा जिहड़ा अमुक होवे, मुके ना, ओनू अखुट कहंदे ने। खावो खर्चो रल मिल भाई, टूट न आवे वध दो जाई। पीऊ दादे का खोल डिठा खजाना, ता मेरे मन भया निधाना। ओ है खजाना। नौ निध तेरे अखुट भंडारा, जिस तू दे सो तृप्त अगावै। सोई भगत तुम्हारा जियो, जिसनू तू दवें दातिया सो तृप्त अगावै। ओनू तृप्ति आ जाती है, रज आ जाता है, त्रे भी मिट जाती है। तृप्ति आ गई, प्यास बुझ गई, तृष्णा मिट गई। आगावे तृप्त भई सच भोजन खाया। सच्चा नाम रूपी भोजन खाण दे नाल तृप्ति आंदी है। तो महाराज सच्चे पातशाह जी कहते ने, जिस तू दे सो तृप्त आगावे। तृप्ति ये भी मन नू सांत्वना आ जानी, टिका आ जानी। अगावे भोजन खा के रज जाना, आघावे शब्द ओदे लई वरतिया। हे वाहिगुरु, जिन्नू तू अपने खजानिਆਂ दे विचों नाम दी दात, बंदगी दी दात दे दवें, ओदियां सारियां तृष्णा भुखा मिट जांदियां हन। सोई भगत तुम्हारा जियो, ओही है असल च तेरा भगत, जिदियां चितवणियां खामोश हो गईयां, जिदियां कल्पनावां शांत हो गईयां। सोई भगत तुम्हारा जियो, सब को आसै तेरी बैठा। हजूर अगे वचन तोड़ते ने, हे वाहिगुरु जी, सब को, सारे जी जंत सबना नू इको आप जी दी आस है। सब को आसे तेरी बैठा। हर कोई तेरी आस है, कहिए आस लाई बैठा। भगतां नू ये आस है कि कदे तां त्रुठेगा, गुरमुखां नू आस है कि कदे तां मेहरबान होवेगा, अपना प्यार दवेगा, गलवकड़ी विच लवेगा, प्यारा प्रीतम। उन्हां दी आस ये है। संसारियां दी आस वखरी किस्म दी हुंदी है, भगतां दी वखरी किस्म दी है, पर है सारे इको मालक दी आस लाई बैठे। निगाह मार के देख लो, आस पड़ोस दे विच हर कोई अपने अपने धर्म दे मुताबक जिथे जिथे किसी दा अकीदा है, भरोसा है, उसे भरोसे नाल उस परमेश्वर नू चितवदा, सिमरदा। कोई राम कह लवे, कोई रहीम कह लवे, कोई अल्लाह कह लवे, कोई गुसाई कह लवे, कोई वाहिगुरु कह लवे, गल इको ही है। सब को आसा तेरी बैठा। हर कोई तेरे प्रति आसवंद है, हर एक नू तेरे तो ही आस है, होर कित्यों नहीं आस पूर्ति। इच्छा पूरक सर्ब सुख दाता, हर जाकै वस है काम तेना। सो ऐसा हर ध्याइए मेरे जीड़े, ता सर्ब सुख पावै मेरे मना। जप मन सतनाम सदा सतनाम, हलत पलत मुख उज्जल होई है। नित ध्याइए हर पुरख निरंजना रहाओ। जय हर सिमरन पया तह उपाद गत कीनी।
वडभागी हर जपना, जन नानक को गुर एह मत दीनी, जप हर भवजल तरना, सब को आसै तेरी बैठा। हे वाहिगुरु, हर कोई तेरे प्रति आसवंद है, तेरे तो आसां लाई बैठा है। जीवन जिंदगी बतीत करने वाले कुल जीव, पशु पंछी, होर सारियां जोना, मनुखी जामा भी, सब को आसै तेरी बैठा। घाट घाटे अंतर तू है बुठा। घाट नाम हुंदा हिरदे दा। सारे घटां दे अंदर तू ही उठा वरत रहा। सबना घटां दे अंदर तेरी जोत है। जिवें बहुत सारे घड़े पानी दे विच डुबो दईए तां डुब जाण दे बाद ਉਹਦੇ बाहर भी पानी है, अंदर भी पानी है। जो पहले घड़े विच पानी है उही दूसरे अंदर, उही तीसरे अंदर, उही चौथे, पंजवें, छेवें, सतवें, जिन्ने मर्जी घड़े भर लो, पानी सबना च इक्को ही है। हर घड़े दा पानी प्यास बुझाउण दी समर्था रखदा। हर एक घड़े दे पानी दी तासीर इक्को है, सुभाव इक्को है। निवाण वाले पासे नूं वगना, निवाण वाले पासे नूं चलना पानी दा सुभाव है, नीवें पासे नूं चलदा है। परमात्मा भी उन्हां हिरदियां विच वसदा है जिहड़े निमरता नाल लबालब भरे हुंदे हन। जिथे निमरता है उथे परमात्मा है, जिथे हंकार है उथे रब है नहीं। हर जू हंकार न भावे वेद कूक सुनावे। हरि नू परमात्मा नू हंकार नहीं पाउंदा। ये वेदा ने, शास्त्रा ने कूक कूक के, पुकार पुकार के बख्यान कीता है। ताते सहब सच्चे पातशाह जी बचन करते ने, घाट घाट अंतर अंतर कहिए अंदर, सबना घटां दे अंदर तू वसिया होया। घट घट अंतर तू है उठा। तू सबनी थाई मेरामत दा मींह बरसाउंदा है। उठना वसण तो भाव है। जिद्दां बारिश पैंदी है ते उच्चे नीवें था सारे सार एक सार वो सर सबज हो जाते हैं। उच्चे नीवें थावां वाली सारी दी सारी खेती सिंजी जाती है। घट घट अंतर तू है उठा। सबना घटा अंदर वसदा है परमात्मा, अपनी मेरामत दा मींह बरसाउंदा है। सबे सांझी वाल सदायन, तो किसै न दिसै बाहरा जियो। सारे जी जंत सांझी वालता सबना दे अंदर तेरे करके सांझी वालता है। क्यों? क्योंकि जोत सबना अंदर सांझी है। सबे सांझी वाल सदायन, सदायन कहिए सदी दे हन, आखी दे हन। तू किसे ना दिसै बाहरा जीव। किसे तो भी परे नहीं तू। बाहरा नाम वखरा। तू किसे तो भी वखरा नहीं, सबना दे अंदर है। वो जेड़ा देख रहा है, जेड़ा बोल रहा है, जेड़ा सुन रहा है, जेड़ा तुर फिर रहा है, वो अंदर एक वाहिगुरु दी चेतन सत्ता है। सबना दे अंदर है। इक्को गल सांझी वालता वाली है कि परमात्मा सबना दे अंदर है। ताते मूल रूप दे विच सबे सांझी वाल सदायन, सदायन कही सदी दे हन, कहे जांदे हन, आखी दे हन।
तू किसे न दिसै बाहरा जीव। दिसै तो भाव किसे तो वखरा नहीं तू दिसदा। सबना अंदर एक परमात्मा दी जोत है। सब में जोत जोत है सोए। तिसदे चानन सब में चानन होए। गुरसाखी जोत प्रगट होए। गुरु दी सिक्ख्या ते चल के, गुरु दी सिक्ख्या नूं कमा करके वो जोत जिहड़ी है वो प्रगट हुंदी है। इस करके तू किसे ना दिसै बाहरा। बाहरा कहिए वखरा, कोई जीव ऐसा नहीं जिहड़ा तेरी होंद तो विरवा हो, जिहड़ा तेरी होंद तो रहत होवे। वो ऐसा दुनिया दे विच कोई जीव नहीं। ये गल वखरी है भी किसे दी सारी उम्र लंघिया तो भी ये सोझी ना आई भी सबना अंदर एक परमात्मा। किसे नूं जिद्दां 5 बरख को अनाथ ध्रुव बालक भगत ध्रुव जी की गल गुरबाणी च आउंदी है। कहंदे भी उन्होंने 5 साल की उम्र दे विच ही ये गल समझ च आ गई कि परमेश्वर इक्को है, सबनी थाई इक्को वरत रहा है। ते ध्रुव जी दी प्रहलाद जी दी गल गुरु साहब जी ने बाणी दे अंदर खुल के करनी कीती है। राम जपो जी ऐसे ऐसे, ध्रुव प्रहलाद जपियो हर जैसे। किसे नूं बचपन दे विच समझ आ गई कि रब सबना अंदर जोत रूपी हो करके पसरिया होया है। ओदे नाना प्रकार दे चेन चक्र जेड़े ने रूप रंग नाना प्रकार दे हो सकते ने। प्राणी दे बंदे दा चेहरा मोहरा एक दूजे नाल कदे नहीं मिलदा। जे थोड़ा चेहरा मिल भी जावे ते आवाज़ नहीं मिलदी। जे आवाज़ मिल जावे ते ओहदा रहन सहन नहीं मिलदा। रहन सहन भी मिल जावे ओहदी चाल ढाल नहीं मिलदी। हर कोई वखरा रूप रंग लैके जन्मिया, पर वखरे वखरे नस्लां दे जीव, वखरे वखरे मजहबां दे लोकां दे अंदर धर्म, वखरे वखरे धर्मां नूं मनण वाले लोकां दे अंदर परमात्मा इक्को ही है, जोत इक्को ही है। इस करके वाहिगुरु जीओ ये सारी खेड तुहाडी होई पसारी हुई है। कीता बसाओ एको कवाओ, तिसते होए लख दरियाओ। कुदरत कवन कहा विचार, वारिया न जावा एक वार। श्री जपजी साहिब साहिब सच्चे पातशाह जी कहंदे उस मालक दी वडियाई बड़ी परे तो परे बेअंत ही बेअंत है, वर्णन नहीं की जा सकती। इस करके तू किसे न दिसै बाहरा जीव। तू आपे गुरमुख मुक्त कराए है। हे वाहिगुरु जी, गुरमत ते चलण वाले गुरमुख जनां नूं तू आवागाउण दे गेड़ विचों कढ दिंदा है। तू आपे गुरमुख मुक्त कराए। जेड़े गुरमुख ने गुरु दी मत ते चलण वाले उन्हां नूं आवागाउण तो जम्मण मरण तो मुक्त कर दिंदा है। मोक्ष पदवी आपे आप प्रदान करदा है। ये भी हक किसे होर कोल नहीं, वो परमात्मा दे अपने अख्तियार है। आपे वो कहते ने करे करावे आपे आप, मानो के किश नाही हाथ। वो जो करदा आपे आप करदा है। तू आपे गुरमुख मुक्त कराए, मुक्त कर दिंदा है। गुरमुखा नू आवागाउण तो, जंजालां तो, धंधियां तो मुक्त कर दिंदा है। तू आपे मन मुख जन्म पवाए है। हे वाहिगुरु जी, जिथे गुरमुखा नू मुक्त करदे हो उत्थे मनमुखा नू
ਜਨਮਾਂ ਜਨਮਾਤਰਾਂ ਦੇ ਵਿੱਚ ਭਵਾਏ ਭਵਾਈ ਰੱਖਦਾ, ਭਵਾਟਣੀ ਦਈ ਰੱਖਦਾ। ਇੱਕ ਚੋਂ ਨਿਕਲਿਆ ਜੂਨੀ ਚੋਂ ਦੂਸਰੀ ਚ, ਦੂਸਰੀ ਚੋਂ ਨਿਕਲਿਆ ਜੀਵਨ ਜ਼ਿੰਦਗੀ ਭੋਗ ਕੇ ਗਿਆ। ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਥਾਵ ਨਾ ਹੋਈ ਪਾਉਂਦਈ ਹੁਣ ਸੁਣੀਏ ਕਿਆ ਰੁਆ। ਮਨ ਅੰਧੇ ਜਨਮ ਗਵਾਇਆ। ਸੋ ਮਨਮੁਖ ਪਰਿਭਾਸ਼ਾ ਕੀ ਹੈ? ਮਨਮੁਖ ਪੱਥਰ ਸੈਲ ਹੈ ਹਿਰਦ ਅੰਤਰ ਫੀਕਾ। ਮਨਮੁਖ ਦਾ ਹਿਰਦਾ ਪੱਥਰ ਵਾਂਗੂ ਹੈ। ਪੱਥਰ ਸਾਲਾਂ ਬੱਧੀ ਪਾਣੀ ਚ ਪਿਆ ਰਵੇ, ਉਹ ਕਦੇ ਭਿੱਜਦਾ ਨਹੀਂ। ਰੂੰ ਦਾ ਫੰਭਾ ਮਾੜਾ ਜਿਹਾ ਪਾਣੀ ਦੇ ਉੱਤੇ ਰੱਖੋ, ਉਹਦੇ ਅੰਦਰ ਜਜ਼ਬ ਹੋ ਜਾਂਦਾ ਪਾਣੀ, ਸਾਰੇ ਦਾ ਸਾਰਾ ਪਾਣੀ ਦੇ ਨਾਲ ਭਿੱਜ ਜਾਂਦਾ ਹੈ। ਇਸ ਪ੍ਰਕਾਰ ਸਾਹਿਬ ਜੀ ਬਚਨ ਕਰ ਰਹੇ ਨੇ, ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ, ਤੂੰ ਆਪੇ ਮਨਮੁਖ ਜਨਮ ਭਵਾਏ। ਮਨਮੁਖਾਂ ਨੂੰ ਜੰਮਣ ਮਰਨ ਦੇ ਗੇੜ ਵਿੱਚ ਪਾਈ ਰੱਖਦਾ ਹੈ। ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਖੇਲ ਦਸਾਹਰਾ ਜੀਓ। ਦਸਾਹਰਾ ਕਹੀਏ ਦਿਸ ਰਿਹਾ, ਇਹ ਦਿਸ ਰਿਹਾ ਸੰਸਾਰ ਦਾ ਖੇਲ ਹੈ ਜਿਹੜਾ, ਇਹ ਸਭ ਤੇਰਾ ਰਚਿਆ ਹੋਇਆ। ਮੈਂ ਨਾਨਕ ਦਾ ਦਾਸ ਤੈਥੋਂ ਬਲਿਹਾਰੇ ਜਾਂਦਾ ਹਾਂ, ਜਿਸ ਦੀ ਇਹ ਸਾਰੀ ਸ੍ਰਿਸ਼ਟੀ ਦੀ ਖੇਡ ਰਚੀ ਹੋਈ ਹੈ। ਨਾਨਕ ਦਾਸ ਤੇਰਾ ਬਲਿਹਾਰਾ ਹੈ, ਸਭ ਤੇਰਾ ਖੇਲ ਦਸਾਹਰਾ ਜੀਓ। ਇਹ ਦਿਸ ਰਿਹਾ ਸੰਸਾਰ, ਇਹ ਸਾਰਾ ਤੇਰੀ ਖੇਡ ਹੈ, ਤੇਰੀ ਰਚਨਾ ਹੈ। ਸੋ ਇਸ ਪ੍ਰਕਾਰ ਇੱਥੇ ਪਾਵਨ ਸ਼ਬਦ ਸੰਪੂਰਨ ਹੋਇਆ। ਭਲਕੇ ਸ਼ਬਦ ਆਵੇਗਾ ਮਾਝ ਮਹੱਲਾ ਪੰਜਵਾ। ਅਨਹਦ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਇਥੋਂ ਕਥਾ ਵਿਚਾਰ ਪ੍ਰਵਾਹ ਅੱਗੇ ਭਲਕ ਦੇ ਸਮੇਂ ਟੁਰੇਗਾ, ਗੁਰੂ ਕਿਰਪਾ ਸਦਕਾ। ਸੋ ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰਕੇ ਤੇ ਫਿਰ ਅਰਦਾਸ ਬੇਨਤੀ ਹੋਵੇਗੀ। ਸਾਹਿਬ ਜੀ ਕਿਰਪਾ ਕਰਨ, ਸਭ ਦਾ ਗਾਵਿਆ ਸੁਣਿਆ ਥਾਏ ਪਾਉਣ, ਸਭਨਾਂ ਤੇ ਆਪਣੀ ਮਿਹਰਾਮਤ ਧਾਰਨ ਕਰਨ, ਸਭਨਾਂ ਤੇ ਆਪਣੀ ਬਖਸ਼ੰਦਗੀ ਧਾਰਨ ਕਰਨ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਭਵਾਏ। ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਖੇਲ ਦਸਾਹਰਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरि है बनहार। हे संता कै सदा संग निदारा आधार। हे ठाकुर हऊँ दास रू, मैं निर्गुण गुण नहीं कोय। नानक दीजै नाम दान, राखों हिय परोय। आए प्रभ शरणागति, कृपा निध दयाल। एक अखर हर मन वस्तु, नानक होत निहाल। वाहिगुरु नाम जहाज है, चढ़ै सो उतरह पार। जो शरदा कर सेवंदे, गुर पार उतारन हार। जो शरदा कर सेवंदे,
गुर पार उतारन हार। वाहिगुरु जी का खालसा वाहिगुरु जी की फतेह। वाहिगुरु तो ठाकुर।